प्यारे बच्चों, ਅੱਜ ਅਸੀਂ 11ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਦੇ ਵਿੱਚੋਂ ਨੀਤੀ ਕਥਾਵਾਂ ਕਰਨ ਜਾ ਰਹੇ ਹਾਂ। ਨੀਤੀ ਕਥਾਵਾਂ ਨੂੰ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੋਵੇਗਾ ਕਿ ਨੀਤੀ ਕਥਾਵਾਂ ਕੀ ਹੁੰਦੀਆਂ ਨੇ। ਨੀਤੀ ਕਥਾਵਾਂ ਵਿੱਚ ਸਿੱਖਿਆ ਜਾਂ ਉਪਦੇਸ਼ ਨੂੰ ਸਿੱਧੇ ਤੌਰ 'ਤੇ ਦੇਣ ਦੀ ਥਾਂ ਕਹਾਣੀ ਵਿੱਚ ਪਰੋ ਕੇ ਦਿੱਤਾ ਜਾਂਦਾ ਹੈ ਕਿ ਕੋਈ ਵੀ ਸਿੱਖਿਆ ਦੇਣੀ ਹੈ ਤਾਂ ਉਹਨੂੰ ਕਹਾਣੀ ਦੇ ਵਿੱਚ ਪੇਸ਼ ਕਰਨਾ। ਨੀਤੀ ਕਥਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਜਾ ਰਹੀ ਹਾਂ। ਇਹ ਕਹਾਣੀ ਜਿਹੜੀ ਹੈ ਇੱਕ ਬੱਚੇ ਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਉਹਨੂੰ ਬਹੁਤ ਗੁੱਸਾ ਆਉਂਦਾ ਹੈ। ਹਰ ਗੱਲ 'ਤੇ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਆਉਂਦਾ ਹੈ। ਗੁੱਸੇ ਦੇ ਵਿੱਚ ਉਹ ਵੱਡਿਆਂ ਨੂੰ ਛੋਟਿਆਂ ਨੂੰ ਬਹੁਤ ਬੁਰਾ ਮਾੜਾ ਵੀ ਬੋਲ ਦਿੰਦਾ ਸੀ। ਇੱਕ ਦਿਨ ਉਹਦੇ ਪਿਤਾ ਜੀ ਜਿਹੜੇ ਇਸ ਚੀਜ਼ ਤੋਂ ਬਹੁਤ ਹੈਰਾਨ ਵੀ ਸੀਗੇ, ਬਹੁਤ ਦੁਖੀ ਵੀ ਸੀਗੇ, ਅਤੇ ਉਹਨਾਂ ਨੇ ਇੱਕ ਤਰਕੀਬ ਬਣਾਈ ਕਿ ਇਹਨੂੰ ਸਮਝਾਇਆ ਕਿੱਦਾਂ ਜਾਵੇ, ਕਿਉਂਕਿ ਗੱਲ ਕਰਦੇ ਸੀ ਤਾਂ ਉਹ ਸਮਝਦਾ ਨਹੀਂ ਸੀਗਾ, ਅੱਗਿਓਂ ਬੋਲਦਾ ਸੀ। ਤਾਂ ਫਿਰ ਉਹਦੇ ਪਿਤਾ ਜੀ ਨੇ ਉਹਨੇ ਆਪਣੇ ਕੋਲ ਬੁਲਾ ਕੇ ਅਤੇ ਉਹਨੂੰ ਇੱਕ ਗੱਲ ਕਹੀ। ਉਹਨੇ ਕਿਹਾ ਕਿ ਜਦੋਂ ਵੀ ਤੈਨੂੰ ਗੁੱਸਾ ਆਉਂਦਾ ਹੈ ਤਾਂ ਤੂੰ ਕੀ ਕਰਨਾ ਹੈ, ਜਦੋਂ ਵੀ ਤੈਨੂੰ ਗੁੱਸਾ ਆਵੇ ਇੱਕ ਕਿੱਲ ਲੈਣੀ ਹੈ, ਕਿੱਲ ਨੂੰ ਦਰਵਾਜ਼ੇ ਦੇ ਵਿੱਚ ਠੋਕ ਦੇਣਾ। ਠੀਕ ਹੈ, ਇੱਕ ਸਾਫ਼ ਦਰਵਾਜ਼ਾ ਹੈ, ਕਿੱਲ ਲਈ ਕਿੱਲ ਨੂੰ ਦਰਵਾਜ਼ੇ ਦੇ ਵਿੱਚ ਠੋਕਦਾ ਜਾਈਂ ਕਿਸੇ ਵੀ ਚੀਜ਼ ਦੇ ਨਾਲ। ਤਾਂ ਉਸ ਬੱਚੇ ਨੇ ਇੱਦਾਂ ਹੀ ਕੀਤਾ। ਜਦੋਂ ਵੀ ਗੁੱਸਾ ਆਉਂਦਾ ਉਹਨੂੰ, ਉਹ ਕਿੱਲ ਲੈਂਦਾ, ਕਿੱਲ ਨੂੰ ਠੋਕਦਾ ਜਾਂਦਾ। ਇੱਦਾਂ ਹੀ ਕਰਦੇ ਕਰਦੇ ਕਿੰਨੇ ਦਿਨ ਨਿਕਲ ਗਏ ਅਤੇ ਜਦੋਂ ਹੌਲੀ ਹੌਲੀ ਉਹਦਾ ਗੁੱਸਾ ਸ਼ਾਂਤ ਹੋ ਗਿਆ, ਬਿਲਕੁਲ ਵੀ ਗੁੱਸਾ ਨਹੀਂ ਆਉਂਦਾ ਸੀ, ਤਾਂ ਉਹ ਆਪਣੇ ਪਿਤਾ ਜੀ ਨੂੰ ਮਿਲਿਆ। ਪਿਤਾ ਜੀ ਨੂੰ ਕਿਹਾ ਕਿ ਹੁਣ ਤਾਂ ਮੈਨੂੰ ਗੁੱਸਾ ਬਿਲਕੁਲ ਮੇਰਾ ਸ਼ਾਂਤ ਹੋ ਗਿਆ, ਜੋ ਤੁਸੀਂ ਕਿਹਾ ਸੀ ਉਹ ਤਾਂ ਮੇਰੇ ਲਈ ਤਾਂ ਬਹੁਤ ਵਧੀਆ ਰਿਹਾ, ਮੈਨੂੰ ਤਾਂ ਗੁੱਸਾ ਆਉਂਦਾ ਹੀ ਨਹੀਂ ਹੁਣ। ਫਿਰ ਉਹਦੇ ਪਿਤਾ ਜੀ ਨੇ ਕਿਹਾ ਕਿ ਇਹ ਤਾਂ ਬੜੀ ਚੰਗੀ ਗੱਲ ਹੋਈ। ਉਹਨਾਂ ਨੇ ਪਿਤਾ ਜੀ ਨੇ ਕਿਹਾ ਕਿ ਚੱਲ ਤੈਨੂੰ ਗੁੱਸਾ ਆਉਣਾ ਸ਼ਾਂਤ ਹੋ ਗਿਆ, ਹੁਣ ਜਦੋਂ ਵੀ ਤੈਨੂੰ ਕੋਈ ਕੁਛ ਕਹੇਗਾ ਤੈਨੂੰ ਗੁੱਸਾ ਨਹੀਂ ਆਏਗਾ ਤਾਂ ਤੂੰ ਕੀ ਕਰਨਾ, ਜਿਹੜਾ ਕਿੱਲ ਤੂੰ ਦਰਵਾਜ਼ੇ ਦੇ ਵਿੱਚ ਠੋਕਿਆ ਸੀ ਉਸ ਕਿੱਲ ਨੂੰ ਤੂੰ ਬਾਹਰ ਕੱਢਣਾ। ਜਦੋਂ ਵੀ ਤੈਨੂੰ ਗੁੱਸਾ ਨਾ ਆਵੇ ਇੱਕ ਇੱਕ ਕਰਕੇ ਜਿਹੜੇ ਕਿੱਲ ਨੇ ਉਹ ਬਾਹਰ ਕੱਢਦਾ ਜਾਵੀਂ। ਬੱਚੇ ਨੇ ਇੱਦਾਂ ਹੀ ਕੀਤਾ। ਜਿਹੜੇ ਕਿੱਲ ਪਹਿਲਾਂ ਠੋਕੇ ਸੀਗੇ ਉਹੀ ਬਾਅਦ 'ਚੋਂ ਕੱਢਣੇ ਸ਼ੁਰੂ ਕਰ ਦਿੱਤੇ ਅਤੇ ਪਿਤਾ ਜੀ ਨੂੰ ਕਿਹਾ ਕਿ ਕਿੱਲ ਤਾਂ ਮੈਂ ਸਾਰੇ ਹੀ ਕੱਢ ਦਿੱਤੇ ਬਾਹਰ। ਹੁਣ ਉਹਦੇ ਪਿਤਾ ਜੀ ਨੇ ਕਿਹਾ ਕਿ ਜਦੋਂ ਕਿੱਲ ਠੋਕਣ ਤੋਂ ਪਹਿਲਾਂ ਜਿੱਦਾਂ ਦਰਵਾਜ਼ਾ ਸੀਗਾ, ਹੁਣ ਤੂੰ ਉਹ ਦਰਵਾਜ਼ਾ ਉਵੇਂ ਹੀ ਬਣਾ। ਮਤਲਬ ਕਿ ਜਿਹੜੇ ਕਿੱਲ ਦੇ ਛੇਕ ਕੀਤੇ ਹੋਏ ਸੀਗੇ ਹੁਣ ਉਹ ਛੇਕਾਂ ਨੂੰ ਵੀ ਉਹ ਬੰਦ ਕਰ ਅਤੇ ਜਿਵੇਂ ਪਹਿਲਾਂ ਦਰਵਾਜ਼ਾ ਸੀਗਾ ਉਵੇਂ ਹੀ ਬਣਾ ਦੇ। ਅਤੇ ਉਹਨੇ ਬੱਚੇ ਨੇ ਕਿਹਾ ਕਿ ਇਹ ਕਿੱਦਾਂ ਹੋ ਸਕਦਾ ਹੈ, ਦਰਵਾਜ਼ਾ ਤਾਂ ਪਹਿਲੇ ਵਾਂਗੂ ਕਿੱਦਾਂ ਹੋ ਸਕਦਾ, ਕਿੱਲ ਠੋਕੇ ਸੀ, ਛੇਕ ਹੋਏ ਨੇ, ਛੇਕ ਤਾਂ ਬੰਦ ਨਹੀਂ ਹੋ ਸਕਣਗੇ। ਫਿਰ ਉਹਦੇ ਪਿਤਾ ਜੀ ਨੇ ਕਿਹਾ ਕਿ ਜਿੱਦਾਂ ਕਿੱਲ ਠੋਕੇ ਜਿਹੜੇ ਸੀਗੇ ਉਹ ਛੇਕ ਬੰਦ ਨਹੀਂ ਹੋ ਸਕਦੇ, ਇੱਦਾਂ ਹੀ ਗੁੱਸੇ ਦੇ ਵਿੱਚ ਜਦੋਂ ਤੂੰ ਗੁੱਸਾ ਕਰਦਾ ਸੀ, ਗੁੱਸੇ ਵਿੱਚ ਜਿਹੜੇ ਤੂੰ ਸ਼ਬਦ ਬੋਲੇ ਸੀਗੇ, ਮਾੜੇ ਸ਼ਬਦ ਬੋਲੇ ਸੀ, ਬੁਰੇ ਸ਼ਬਦ ਬੋਲੇ ਸੀ, ਕੀ ਤੂੰ ਵਾਪਸ ਲੈ ਸਕਦਾ? ਤਾਂ ਉਹ ਬੱਚਾ ਸ਼ਾਂਤ ਹੋ ਗਿਆ, ਚੁੱਪ ਕਰ ਗਿਆ। ਤਾਂ ਉਸ ਬੱਚੇ ਨੇ ਕਿਹਾ ਕਿ ਨਹੀਂ ਪਿਤਾ ਜੀ। ਤਾਂ ਪਿਤਾ ਜੀ ਨੇ ਸਮਝਾਇਆ ਕਿ ਮੂੰਹੋਂ ਬੋਲੇ ਹੋਏ ਮਾੜੇ ਸ਼ਬਦ, ਬੁਰੇ ਸ਼ਬਦ ਜਦੋਂ ਅਸੀਂ ਇੱਕ ਦੂਜੇ ਨੂੰ ਬੋਲ ਦਿੰਦੇ ਹਾਂ ਤਾਂ ਅਸੀਂ ਉਹਨਾਂ ਨੂੰ ਵਾਪਸ ਨਹੀਂ ਲੈ ਸਕਦੇ। ਇਸ ਕਰਕੇ ਕਿ ਜਦੋਂ ਵੀ ਗੁੱਸਾ ਆਵੇ ਸ਼ਾਂਤ ਰਹੋ, ਚੁੱਪ ਰਹੋ, ਆਪਣੇ ਤੋਂ ਵੱਡਿਆਂ ਨੂੰ ਛੋਟਿਆਂ ਨੂੰ ਬੁਰਾ ਜਿਹੜਾ ਆ ਉਹ ਨਾ ਬੋਲੋ। ਤਾਂ ਇਸ ਕਹਾਣੀ ਦੇ ਵਿੱਚੋਂ ਜਿਹੜਾ ਸੀ ਇਸ ਚੀਜ਼ ਵਿੱਚ ਉਸ ਬੱਚੇ ਨੇ ਸਿੱਖਿਆ ਲਈ ਅਤੇ ਉਹਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਹੁਣ ਮੈਂ ਅੱਗੇ ਤੋਂ ਜਿਹੜਾ ਆ ਕਿਸੇ ਨੂੰ ਵੀ ਬੁਰਾ ਨਹੀਂ ਬੋਲਿਆ ਕਰਾਂਗਾ, ਕਿਸੇ ਦੇ ਨਾਲ ਗੁੱਸਾ ਨਹੀਂ ਕਰਿਆ ਕਰਾਂਗਾ। ਨੀਤੀ ਕਥਾ ਕੀ ਹੁੰਦੀ ਹੈ ਤੁਹਾਨੂੰ ਸਮਝ ਆ ਚੁੱਕਿਆ ਹੋਵੇਗਾ। ਹੁਣ ਤੁਹਾਡੀ ਪੁਸਤਕ ਦੇ ਵਿੱਚ ਕਥਾ ਹੈਗੀ ਹੈ ਲਾਲਸਾ ਦੀ ਚੱਕੀ। ਲਾਲਸਾ ਦਾ ਅਰਥ ਹੈ ਲਾਲਚ। ਕਿਤਾਬ ਦੇ ਵਿੱਚੋਂ ਤੁਸੀਂ ਲਾਲਸਾ ਦੀ ਚੱਕੀ ਜਿਹੜੀ ਕਥਾ ਉਹ ਪੜ੍ਹ ਲਵੋਗੇ ਅਤੇ ਹੁਣ ਤੁਸੀਂ ਜਦੋਂ ਪੇਪਰ ਇਮਤਿਹਾਨਾਂ ਦੇ ਵਿੱਚ ਤੁਸੀਂ ਕਥਾ ਲਿਖਣੀ ਹੈ ਤਾਂ ਤੁਸੀਂ ਉਹਨੂੰ ਸਿੱਧਾ ਹੀ ਕਹਾਣੀ ਨਹੀਂ ਲਿਖ ਦੇਣੀ, ਸਗੋਂ ਕਿ ਉਹਨੂੰ ਹੈਡਿੰਗਸ ਦੇ ਵਿੱਚ, ਪੁਆਇੰਟਸ ਦੇ ਵਿੱਚ ਕਹਾਣੀ ਨੂੰ ਤੁਸੀਂ ਲੜੀ ਦੇ ਅਨੁਸਾਰ ਅੱਗੇ ਤੋਰਨਾ। ਜਿਵੇਂ ਇੱਥੇ ਪਹਿਲਾ ਹੈ ਲਾਲਸਾ ਦੀ ਚੱਕੀ ਵਿੱਚ ਲਾਲਚੀ ਆਦਮੀ। ਇੱਕ ਲਾਲਚੀ ਆਦਮੀ ਸੀ ਜਿਹਨੇ ਸੁਣਿਆ ਸੀਗਾ ਕਿ ਸੰਤਾਂ ਸਾਧੂ ਦੀ ਸੇਵਾ ਕਰਦੇ ਹਾਂ ਅਤੇ ਬੜਾ ਹੀ ਜਿਹੜਾ ਧਨ ਮਿਲਦਾ। ਅਤੇ ਸ਼ੁਰੂਆਤ ਕਰੋਗੇ ਲਾਲਚੀ ਆਦਮੀ, ਫਿਰ ਉਸ ਤੋਂ ਬਾਅਦ ਅਗਲਾ ਹੈਗਾ ਪੁਆਇੰਟ ਲਾਲਚੀ ਆਦਮੀ ਦਾ ਸਾਧੂ ਸੰਤਾਂ ਦੀ ਸੇਵਾ ਕਰਨਾ। ਲਾਲਚੀ ਆਦਮੀ ਨੂੰ ਸੰਤਾਂ ਦੇ ਦੁਆਰਾ 4 ਦੀਵੇ ਮਿਲਦੇ ਨੇ, ਖੁਸ਼ ਹੋ ਕੇ ਉਹ 4 ਦੀਵੇ ਦਿੰਦੇ ਨੇ ਅਤੇ ਉਹਨਾਂ ਨੇ ਉਹ 4 ਦੀਵੇ ਕਿਹਾ ਕਿ ਤਿੰਨੋਂ ਦਿਸ਼ਾ ਵਿੱਚ ਜਾਣਾ, ਪਰ ਉਹਨਾਂ ਨੇ ਇਨਕਾਰ ਕੀਤਾ ਸੀਗਾ ਚੌਥੀ ਦਿਸ਼ਾ ਦੇ ਵੱਲ ਨਹੀਂ ਜਾਣਾ। ਪਹਿਲਾ ਦੀਵਾ ਲੈ ਕੇ
ਪੂਰਬ ਦਿਸ਼ਾ ਦੇ ਵੱਲ ਜਾਣਾ ਹੈ ਕਿ ਜਦੋਂ ਵੀ ਜਿਹੜਾ ਲਾਲਚੀ ਆਦਮੀ ਸੀ ਪਹਿਲੇ ਹੀ ਦਿਸ਼ਾ ਦੇ ਵੱਲ ਜਾਂਦਾ ਹੈ, ਪੂਰਬ ਦਿਸ਼ਾ ਵੱਲ ਜਾਂਦਾ ਹੈ, ਜੰਗਲ ਦੇ ਵਿੱਚ ਜਾਂਦਾ ਹੈ ਅਤੇ ਜਿੱਥੇ ਜਾ ਕੇ ਦੀਵਾ ਬੁੱਝ ਗਿਆ ਅਤੇ ਉਹ ਉਸ ਜਗ੍ਹਾ ਦੇ ਉੱਥੋਂ ਜਿਹੜਾ ਮਿੱਟੀ ਪੱਟਣੀ ਸ਼ੁਰੂ ਹੋ ਜਾਂਦਾ ਹੈ, ਉੱਥੇ ਉਹਨੂੰ ਧਨ ਪ੍ਰਾਪਤ ਮਿਲਦਾ ਹੈ। ਉੱਥੋਂ ਉਹਨੂੰ ਜਿਹੜਾ ਆ ਪੈਸਿਆਂ ਦੇ ਨਾਲ ਭਰੀ ਜਿਹੜੀ ਇੱਕ ਗਾਗਰ ਮਿਲਦੀ ਹੈ ਅਤੇ ਜਦੋਂ ਉਹਨੂੰ ਲੱਗਦਾ ਹੈ ਕਿ ਇੱਥੋਂ ਤਾਂ ਬੜਾ ਧਨ ਪ੍ਰਾਪਤ ਹੋਇਆ ਅਤੇ ਉਹ ਕੀ ਕਰਦਾ, ਉੱਥੇ ਜਿਹੜਾ ਗਾਗਰ ਜਿਹੜੀ ਪੈਸਿਆਂ ਵਾਲੀ ਰੱਖ ਦਿੰਦਾ ਅਤੇ ਅਗਲੀ ਦਿਸ਼ਾ ਦੇ ਵਿੱਚ ਜਾਣਾ ਜਿਹੜਾ ਆ ਉਹ ਸ਼ੁਰੂ ਕਰ ਦਿੰਦਾ। ਪਹਿਲੀ ਦਿਸ਼ਾ ਹੈਗੀ ਹੈ ਪੂਰਬ ਦਿਸ਼ਾ ਅਤੇ ਦੂਸਰੀ ਦਿਸ਼ਾ ਹੈਗੀ ਹੈ ਪੱਛਮ ਦਿਸ਼ਾ। ਹੁਣ ਉਹ ਕੀ ਕਰਦਾ, ਦੂਜਾ ਦੀਵਾ ਲੈ ਕੇ ਪੱਛਮ ਦਿਸ਼ਾ ਵੱਲ ਜਾਂਦਾ ਅਤੇ ਉੱਥੇ ਜਿਹੜਾ ਆ ਉਹਨੂੰ ਮਿਲਦਾ ਸੋਨੇ ਦੀਆਂ ਮੋਹਰਾਂ ਦੇ ਨਾਲ ਭਰਿਆ ਹੋਇਆ ਇੱਕ ਘੜਾ। ਉਸ ਤੋਂ ਬਾਅਦ ਉਹ ਉੱਥੇ ਖਜ਼ਾਨਾ ਰੱਖ ਦਿੰਦਾ ਅਤੇ ਤੀਜਾ ਦੀਵਾ ਲੈ ਕੇ ਉਹ ਦੱਖਣ ਦੇ ਵੱਲ ਚਲਾ ਜਾਂਦਾ ਅਤੇ ਦੱਖਣ ਵੱਲ ਜਦੋਂ ਜਾਂਦਾ ਅਤੇ ਉੱਥੇ ਉਹਨੂੰ ਹੀਰੇ ਮੋਤੀਆਂ ਦੇ ਨਾਲ ਭਰੀਆਂ ਹੋਈਆਂ 2 ਪੇਟੀਆਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ। ਤਾਂ ਉਹ ਜਿਹੜਾ ਧਨ ਹੈ ਉਹ ਵੀ ਉੱਥੇ ਰੱਖ ਜਾਂਦਾ ਅਤੇ ਉਹ ਸੋਚਦਾ ਹੈ ਕਿ ਜੇ ਤਿੰਨਾਂ ਦਿਸ਼ਾਵਾਂ ਦੇ ਵਿੱਚ ਇੰਨਾ ਸਾਰਾ ਧਨ ਹੈ ਅਤੇ ਚੌਥੀ ਦਿਸ਼ਾ ਦੇ ਵੱਲ ਕਿੰਨਾ ਸਾਰਾ ਧਨ ਹੋਵੇਗਾ। ਅਤੇ ਉਹਨੂੰ ਲੱਗਦਾ ਕਿ ਸ਼ਾਇਦ ਜਿਹੜਾ ਸੰਤ ਸਾਧੂ ਉਹ ਸ਼ਾਇਦ ਧਨ ਆਪ ਰੱਖਣਾ ਚਾਹੁੰਦੇ ਹੋਣ ਕਿ ਉਹਨੇ ਮੈਨੂੰ ਇਨਕਾਰ ਕੀਤਾ ਹੋਇਆ ਕਿ ਤੂੰ ਚੌਥੀ ਦਿਸ਼ਾ ਦੇ ਵੱਲ ਨਾ ਜਾਵੇਂ। ਉਹਦੇ ਮਨ ਦੇ ਵਿੱਚ ਇੱਥੇ ਹੀ ਜਿਹੜਾ ਹੋਰ ਜ਼ਿਆਦਾ ਲਾਲਚ ਜਿਹੜਾ ਆ ਉਹ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਤਾਂ ਉਹ ਚੌਥੀ ਦਿਸ਼ਾ ਦੇ ਵੱਲ ਚਲਾ ਜਾਂਦਾ ਦੀਵਾ ਲੈ ਕੇ। ਅਤੇ ਦੀਵਾ ਜਦੋਂ ਬੁੱਝ ਜਾਂਦਾ ਅਤੇ ਉੱਥੇ ਇੱਕ ਉਹਨੂੰ ਮਹਿਲ ਦਿਖਾਈ ਦਿੰਦਾ ਅਤੇ ਮਹਿਲ ਦੇ ਕੋਲ ਜਦੋਂ ਪਹੁੰਚਦਾ ਅੰਦਰ ਜਾਂਦਾ ਬਹੁਤ ਸਾਰੇ ਕਮਰੇ ਨੇ, ਹਰ ਕਮਰਿਆਂ ਦੇ ਵਿੱਚ ਧਨ ਪਿਆ ਹੋਇਆ, ਹੀਰੇ ਮੋਤੀ ਪਏ ਹੋਏ ਨੇ ਅਤੇ ਇੱਕ ਜਗ੍ਹਾ 'ਤੇ ਜਾ ਕੇ ਉਹਨੂੰ ਚੱਕੀ ਚੱਲਣ ਦੀ ਆਵਾਜ਼ ਆਉਂਦੀ ਹੈ। ਅਤੇ ਜਦੋਂ ਚੱਕੀ ਚੱਲਣ ਦੀ ਆਵਾਜ਼ ਆਉਂਦੀ ਹੈ ਤਾਂ ਉੱਥੇ ਦੇਖਦਾ ਕਿ ਇੱਕ ਬੁੱਢਾ ਆਦਮੀ ਜਿਹੜਾ ਚੱਕੀ ਚਲਾ ਰਿਹਾ ਹੁੰਦਾ ਉਹਨੂੰ ਨਾਲ ਗੱਲਬਾਤ ਕਰਦਾ ਅਤੇ ਉਹ ਬੁੱਢਾ ਆਦਮੀ ਜਿਹੜਾ ਉਹਨੂੰ ਕਹਿੰਦਾ ਕਿ ਤੂੰ ਥੋੜ੍ਹੇ ਟਾਈਮ ਦੀ ਮਾੜਾ ਜਿਹਾ ਮੈਨੂੰ ਮੇਰੀ ਚੱਕੀ ਜਿਹੜੀ ਆ ਉਹ ਫੜ ਲਾ ਅਤੇ ਮੈਂ ਥੋੜ੍ਹਾ ਜਿਹਾ ਆਰਾਮ ਕਰ ਲਵਾਂ। ਬੁੱਢਾ ਆਦਮੀ ਬੈਠ ਜਾਂਦਾ ਅਤੇ ਜਿਹੜਾ ਲਾਲਚੀ ਆਦਮੀ ਉਹ ਚੱਕੀ ਚਲਾਉਣੀ ਸ਼ੁਰੂ ਕਰ ਦਿੰਦਾ ਅਤੇ ਉਸ ਤੋਂ ਬਾਅਦ ਜਿਹੜਾ ਬੁੱਢਾ ਆਦਮੀ ਹੱਸਣਾ ਸ਼ੁਰੂ ਕਰ ਦਿੰਦਾ ਅਤੇ ਜਦੋਂ ਆਦਮੀ ਉਹਨੂੰ ਪੁੱਛਦਾ ਲਾਲਚੀ ਆਦਮੀ ਤੂੰ ਕਿਉਂ ਹੱਸ ਰਿਹਾ ਤਾਂ ਉਹ ਜਿਹੜਾ ਹੈ ਆਪਣੇ ਹੱਸਣ ਦਾ ਕਾਰਨ ਦੱਸਦਾ ਕਿ ਕਹਿੰਦਾ ਹੈ ਕਿ ਹੁਣ ਜਿਹੜਾ ਆ ਇਹ ਜੇ ਤੂੰ ਚੱਕੀ ਚਲਾਉਣੀ ਬੰਦ ਕਰ ਦਿੱਤੀ ਅਤੇ ਇਹ ਮਹਿਲ ਜਿਹੜਾ ਆ ਤੇਰੇ ਉੱਤੇ ਡਿੱਗ ਜਾਵੇਗਾ ਅਤੇ ਤੂੰ ਮਰ ਜਾਵੇਗਾ। ਅਤੇ ਬੁੱਢਾ ਆਦਮੀ ਉਹਨੂੰ ਦੱਸਦਾ ਕਿ ਮੈਂ ਵੀ ਤੇਰੀ ਤਰ੍ਹਾਂ ਲਾਲਚ ਦੇ ਵਿੱਚ ਆ ਕੇ ਇਸੇ ਮਹਿਲ ਮੈਨੂੰ ਵੀ ਇਨਕਾਰ ਕੀਤਾ ਸੀਗਾ ਕਿ ਚੌਥੀ ਦਿਸ਼ਾ ਦੇ ਵੱਲ ਨਾ ਜਾਵੀਂ, ਪਰ ਮੈਂ ਲਾਲਚ ਦੇ ਕਰਕੇ ਇੱਥੇ ਆ ਗਿਆ ਅਤੇ ਮੈਂ ਇੱਥੇ ਫਸ ਗਿਆ। ਅਤੇ ਹੁਣ ਆਦਮੀ ਜਿਹੜਾ ਆ ਉਹ ਬਹੁਤ ਲਾਲਚੀ ਆਦਮੀ ਪਛਤਾਉਂਦਾ ਅਤੇ ਇਸ ਤਰ੍ਹਾਂ ਜਿਹੜਾ ਆ ਲਾਲਸਾ ਦੀ ਚੱਕੀ ਮਤਲਬ ਕਿ ਲਾਲਚ ਜਿਹੜਾ ਸਿੱਖਿਆ ਇਹ ਮਿਲਦੀ ਹੈ ਕਿ ਲਾਲਚ ਜਿਹੜਾ ਆ ਉਹ ਬੁਰੀ ਬਲਾ ਹੈ। ਲਾਲਸਾ ਦੀ ਚੱਕੀ ਕਹਾਣੀ ਤੁਹਾਨੂੰ ਸਮਝ ਆ ਚੁੱਕੀ ਹੋਵੇਗੀ ਅਤੇ ਤੁਸੀਂ ਹੁਣ ਜਿਹੜਾ ਇਸ ਚਾਰਟ ਦੀ ਸਹਾਇਤਾ ਦੇ ਨਾਲ ਵੀ ਕਹਾਣੀ ਨੂੰ ਇੱਕ ਵਾਰੀ ਦੁਬਾਰਾ ਜਿਹੜਾ ਹੈ ਉਹ ਯਾਦ ਕਰ ਸਕਦੇ ਹੋ ਕਿ ਲਾਲਚੀ ਆਦਮੀ ਜਿਹੜਾ ਆ ਉਹ ਕਿਹੜੀਆਂ ਦਿਸ਼ਾ 'ਚ ਗਿਆ, ਕਿਹੜਾ ਉਹਨੂੰ ਧਨ ਪ੍ਰਾਪਤ ਹੋਇਆ, ਠੀਕ ਹੈ, ਕਿਹਦੇ ਨਾਲ ਉਹਦੀ ਗੱਲਬਾਤ ਹੋਈ ਹੈ, ਇਹ ਸਾਰਾ ਜਿਹੜਾ ਤੁਸੀਂ ਯਾਦ ਕਰਨਾ ਹੈ। ਧੰਨਵਾਦ।